ਦਖਲਅੰਦਾਜ਼ੀ ਤਾਂ ਬਾਦਲ ਟੱਬਰ ਨੇ ਕੀਤੀ। ਉਹਨਾਂ ਨੇ ਦਖਲਅੰਦਾਜ਼ੀ ਕਾਦੀ ਕਰ ਦਿੱਤੀ ਵੀ ਇੱਕ ਚੈਨਲ ਲਾ ਦਿਓ, ਇਹਨੂੰ ਦਖਲਅੰਦਾਜ਼ੀ ਕਹਿੰਦੇ ਹੋ। ਦਖਲਅੰਦਾਜ਼ੀ ਦਾ ਰੌਲਾ ਪਵਾ ਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਜਿਹਦਾ PTC ਚੈਨਲ ਉਹ ਤਾਂ ਚੁੱਪ ਕਰਕੇ ਬੈਠਾ ਹੈ। ਆ ਜਿਹੜੇ ਸੀਰੀ ਰੱਖੇ ਸੀ ਉਹਨਾਂ ਨੇ ਖੌਰੂ ਪਾਇਆ ਹੋਇਆ ਬਿਨਾਂ ਮਤਲਬ ਤੋਂ। ਜਦੋਂ ਚੋਣਾਂ ਤੁਸੀਂ ਆਉਂਦੀਆਂ ਰਾਤੋਂ ਰਾਤ ਕਿਰਪਾਨ ਵੀ ਪਾ ਲੈਂਦੇ ਆ ਅਤੇ ਚੋਣਾਂ ਜਿੱਤਣ ਤੋਂ ਬਾਅਦ ਇਹ ਕਿੱਲੀ 'ਤੇ ਵੀ ਟੰਗ ਦਿੰਦੇ ਆ। ਇਹ ਰੰਗ ਵੀ ਲੈਂਦੇ ਆ, ਇਹ ਕੱਟ ਵੀ ਲੈਂਦੇ ਆ, ਇਹ ਤੁੰਨ ਵੀ ਲੈਂਦੇ ਆ। ਤੁਹਾਡੇ ਉਹ ਸਿਰਸਾ ਬੜਾ ਗੁਰਮੁਖ ਸੀ ਜਿਹਨੂੰ ਤੁਸੀਂ ਸਰੋਪਾ ਦਰਬਾਰ ਸਾਹਿਬ 'ਚ ਦਿੱਤਾ। ਦਾੜੀ ਰੰਗੀ ਵੀ ਸੀ ਅਤੇ ਦਾੜੀ ਬੰਨੀ ਵੀ ਸੀ। ਇੱਥੇ ਮੈਂ ਨਹੀਂ ਸਮਝਦਾ ਕਿ ਉਹਨੇ ਕੋਈ ਗਲਤ ਕਹਿ ਤਾ। ਚਪੜਾਸੀ ਵੀ ਕਿਤੇ ਨਾ ਕਿਤੇ ਹੈ ਆਪਣੀ ਅਣਖ ਰੱਖਦਾ ਹੈ। ਇਹ ਤੇ ਉਹਨਾਂ ਤੋਂ ਵੀ ਭੈੜੇ ਹੋ ਗਏ। ਤੇ ਗੁਰਬਾਣੀ ਦੇ ਲਾਈਵ ਪ੍ਰਸਾਰਣ ਦਾ ਮੁੱਦਾ, ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕਿਹੜੇ ਚੈਨਲ ਤੇ ਕਿਸ ਤਰ੍ਹਾਂ ਪ੍ਰਸਾਰਿਤ ਹੋਵੇਗੀ, ਇਹ ਮੁੱਦਾ ਇਸ ਹੱਦ ਤੱਕ ਵੱਧ ਗਿਆ। ਉਹਦੇ ਵਿੱਚ ਭਾਵੇਂ ਅਕਾਲੀ ਦਲ ਹੋਵੇ, ਉਹਦੇ 'ਚ ਭਾਵੇਂ ਅਕਾਲੀ ਦਲ ਤੋਂ ਵੱਖ ਹੋਏ ਲੀਡਰ ਹੋਣ ਜਾਂ ਫਿਰ ਉਹਦੇ 'ਚ ਬਾਕੀ ਸਿਆਸਤਦਾਨ ਹੋਣ, ਬਾਕੀ ਪਾਰਟੀਆਂ ਦੇ ਸਿਆਸਤਦਾਨ ਹੋਣ, ਲਗਾਤਾਰ ਟਿੱਕਾ ਟਿੱਪਣੀ ਕੀਤੀ ਜਾਂਦੀ ਰਹੀ ਹੈ। PTC ਦੇ MD ਵੱਲੋਂ ਕਰੋੜ ਰੁਪਏ ਦਾ ਇਨਾਮ ਰੱਖ ਦਿੱਤਾ ਜਾਂਦਾ ਹੈ। ਕੀ ਕੁਝ ਇਹ ਸਾਰਾ ਹੋ ਗਿਆ ਅਚਾਨਕ, ਕਿੱਥੇ ਤੱਕ ਟਿੱਕਾ ਟਿੱਪਣੀ ਪਹੁੰਚ ਗਈ। CM ਭਗਵੰਤ ਮਾਨ ਨੇ ਦਾੜੇ ਦੇ ਉੱਤੇ ਟਿੱਪਣੀ ਕਰ ਦਿੱਤੀ, ਵਿਵਾਦ ਭਖ ਗਿਆ। ਪਰ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਅੰਤ ਦੇ ਵਿੱਚ ਜਿਹੜਾ ਫੈਸਲਾ ਕੱਢਿਆ ਗਿਆ ਉਸ ਨੂੰ ਲੈ ਕੇ ਕੀ ਸੋਚਦੇ ਨੇ ਭਾਈ ਸਾਹਿਬ, ਭਾਈ ਬਲਦੇਵ ਸਿੰਘ ਵਡਾਲਾ, ਜਾਣਨ ਦੀ ਕੋਸ਼ਿਸ਼ ਕਰਦੇ ਆ। ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ, ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਜੇ ਇਸ ਮਾਮਲੇ ਬਾਰੇ ਚਰਚਾ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਫੀ ਟਿੱਕਾ ਟਿੱਪਣੀ ਹੁੰਦੀ ਰਹੀ, ਉੱਧਰੋਂ ਵੀ ਹੁੰਦੀ ਰਹੀ, ਇੱਧਰੋਂ CM ਭਗਵੰਤ ਮਾਨ ਵੀ ਕਰਦੇ ਰਹੇ। ਇੱਕ ਅਚਾਨਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਦਿੱਤਾ CM ਭਗਵੰਤ ਮਾਨ ਨੇ ਕਿ ਨਹੀਂ, ਗੁਰਬਾਣੀ ਪ੍ਰਸਾਰਣ ਹੁਣ PTC ਨੂੰ ਨਹੀਂ ਹੋਵੇਗੀ। ਹਾਲਾਂਕਿ ਜੁਲਾਈ ਦੇ ਵਿੱਚ ਉਹ ਖਤਮ ਹੋ ਹੀ ਰਿਹਾ ਸੀਗਾ ਅਤੇ ਉਸ ਤੋਂ ਅਲੱਗਾ ਕਰ ਦਿੱਤਾ ਕਿ ਫ੍ਰੀ ਕਰ ਦਾਂਗੇ। ਸਭ ਤੋਂ ਪਹਿਲਾਂ ਤਾਂ ਇਸ ਬਾਰੇ ਦੱਸੋ ਕਿ ਇਸ ਬਾਰੇ ਤੁਸੀਂ ਕੀ ਸੋਚਦੇ ਹੋ, ਫ੍ਰੀ ਕਰਨ ਬਾਰੇ ਤੁਹਾਡਾ ਕੀ ਵਿਚਾਰ ਹੈ, ਅਤੇ ਜਿਹੜੀ ਆਹ ਪ੍ਰੋਬਲਮ ਕ੍ਰੀਏਟ ਹੋਈ ਦੋਵਾਂ ਧਿਰਾਂ ਦੇ ਵਿੱਚ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਗੁਰਬਾਣੀ ਪ੍ਰਸਾਰਣ ਜਿਹੜਾ ਸਿੱਖ ਸੰਗਤਾਂ ਤੱਕ ਪਹੁੰਚਾਇਆ ਜਾਂਦਾ ਹੈ ਚੈਨਲ ਦੇ ਜ਼ਰੀਏ, ਉੱਥੇ ਸਾਡੀ ਇਹ ਰਾਏ ਆ, ਮੇਰੀ ਨਹੀਂ ਸਮੁੱਚੇ ਸਿੱਖ ਜਗਤ ਦੀ ਹੈ, ਕੀਰਤਨ ਸੁਣਨ ਵਾਲਿਆਂ ਦੀਆਂ ਭਾਵਨਾਵਾਂ ਨੇ, ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜਾ ਆ ਉਹ ਪਵਿੱਤਰ ਮੁਕਾਮ ਹੈ ਅਤੇ ਪਵਿੱਤਰ ਨਿਜ਼ਾਮ ਹੈ ਅਤੇ ਪਵਿੱਤਰ ਕਲਾਮ ਹੈ। ਹੁਣ ਮੁਕਾਮ, ਨਿਜ਼ਾਮ ਅਤੇ ਕਲਾਮ ਇਹ ਤਿੰਨੇ ਗੁਰੂ ਸਾਹਿਬ ਨੇ ਪਰੋਸ ਕੇ ਦਿੱਤੇ ਆ, ਔਰ ਤਿੰਨ ਦੇ ਤਿੰਨ ਹੀ ਪੰਚਾਇਤੀ ਨੇ, ਨਿੱਜੀ ਨਹੀਂ ਆ। ਨਾ ਗੁਰੂ ਗ੍ਰੰਥ ਸਾਹਿਬ ਜੀ ਨਿੱਜੀ ਹੈ ਅਤੇ ਨਾ ਸੱਚਖੰਡ ਨਿੱਜੀ ਹੈ ਅਤੇ ਨਾ ਹੀ ਬਾਬਾ ਬੁੱਢਾ ਸਾਹਿਬ ਨਿੱਜੀ ਹੈ ਜਿਹੜੇ ਤਾਬਿਆ ਬੈਠੇ। ਹੁਣ ਇੱਥੇ ਕੀ ਹੈ ਕਿ ਪ੍ਰੋਬਲਮ ਕਿੱਥੇ ਆ ਗਈ? ਜਿਹੜਾ PTC ਚੈਨਲ ਇਹ ਨਿੱਜੀ ਪਰਿਵਾਰ ਦਾ ਹੈ। ਨਿੱਜੀ ਪਰਿਵਾਰ ਦਾ ਚੈਨਲ ਕਿਉਂ? ਜਦੋਂ ਨਿਜ਼ਾਮ ਸਿੱਖਾਂ ਨੇ ਚੁਣਿਆ ਹੈ ਅਤੇ ਸਿੱਖਾਂ ਦੇ ਚੁਣੇ ਹੋਏ ਨਿਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਫਰਜ਼ ਬਣਦਾ ਆ ਸੇਵਾ ਸੰਭਾਲ, ਪ੍ਰਚਾਰ ਪ੍ਰਸਾਰ ਨੂੰ ਵਧੀਆ ਤਰੀਕੇ ਨਾਲ ਕਰਨਾ। ਔਰ ਬਹੁਤ ਮੈਂ ਵੀ ਨਹੀਂ ਕਹਿੰਦਾ ਵੀ ਤੁਸੀਂ ਫ੍ਰੀ ਕਰੋ, ਬੇਸ਼ੱਕ ਉਹਨੂੰ ਘੱਟ ਵਾਜਬ ਰੇਟਾਂ 'ਤੇ ਲੋਕਾਂ ਤੱਕ ਪੁੱਜਦਾ ਕਰੋ, ਅਤੇ ਜੇ ਬਾਕੀ ਫ੍ਰੀ ਕਰ ਸਕਦੇ ਤਾਂ ਤੁਹਾਨੂੰ ਐਡੀ ਔਖਿਆਈ ਵੀ ਕੋਈ ਨਹੀਂ। ਫਿਰ ਜਿਹੜਾ PTC ਚੈਨਲ ਆ ਇਹ ਬੰਦ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਨਿੱਜੀ ਚੈਨਲ ਸ਼ੁਰੂ ਕਰਨ ਦੇ ਵਿੱਚ ਤਕਲੀਫ ਕਿਉਂ? ਇਹ ਵਜ੍ਹਾ ਹੈ। ਐਡੀ ਵੱਡੀ ਤਕਲੀਫ ਇਹਨਾਂ ਬਾਦਲ ਕਿਆਂ ਨੂੰ ਉੱਥੇ ਹੋਈ ਕਿ ਬਵੇਲਾ ਖੜਾ ਕਰ ਦਿੱਤਾ। ਪਰ ਅਸੀਂ ਸਿੱਖ ਪੰਥ ਦੀ ਜੋ ਆਵਾਜ਼ ਉਹ ਚਾਹੁੰਦੇ ਹਾਂ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਨਿੱਜੀ ਚੈਨਲ ਹੋਵੇ। ਉਸ ਚੈਨਲ ਤੋਂ ਲਿੰਕ ਕਿਸੇ ਵੀ ਚੈਨਲ ਨੂੰ ਦਿੱਤੇ ਜਾ ਸਕਦੇ ਆ। ਉਹ ਜਿਹੜੀਆਂ ਸ਼ਰਤਾਂ ਹੋਣ, ਅਸ਼ਲੀਲ ਮਸ਼ਹੂਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ, ਚੱਲਦੇ ਕੀਰਤਨ ਵਿੱਚ ਨਹੀਂ ਦੇ ਸਕਦੇ ਤੁਸੀਂ। ਉਦੋਂ ਬਾਅਦ ਅਗਰ ਕੋਈ ਖਰਾਬੀ ਕਰਦਾ ਆ ਅਤੇ ਉਹਦੇ ਹੱਕ ਹਕੂਕ ਜਿਹੜੇ ਨੇ ਉਹ ਸਰਕਾਰ ਕੋਲੇ ਨਹੀਂ, ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੋਲੇ ਹੋਣ। ਅਸੀਂ ਚਾਹੁੰਦੇ ਹਾਂ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਹੀ ਨਿੱਜੀ ਚੈਨਲ ਹੋਵੇ ਅਤੇ ਜੁਲਾਈ ਦੇ ਵਿੱਚ ਉਹਦਾ ਖਤਮ ਹੋਣਾ ਆ ਅਤੇ 2 ਮਹੀਨੇ 3 ਮਹੀਨੇ ਪਹਿਲਾਂ ਤਿਆਰੀ ਕਰਨੀ ਕੋਈ ਔਖਾ ਕੰਮ ਨਹੀਂ। ਜੇ ਪ੍ਰਧਾਨ ਉਹਦਾ ਟੈਂਡਰ ਭਰਨ ਜਾਂ ਖਤਮ ਹੋਣ ਤੋਂ ਪਹਿਲਾਂ ਹੀ ਘਿਓ ਦੀ ਗੱਡੀ ਮੰਗਾ ਲੈਂਦਾ ਹੈ ਅਤੇ ਫਿਰ ਇਹ ਚੈਨਲ ਪਹਿਲਾਂ ਸ਼ੁਰੂ ਕਰਨ 'ਚ ਕਿੱਡੀ ਕੁ ਗੱਲ ਸੀਗੀ, ਉਹਦੀ ਉੱਤੇ ਵਿਚਾਰ ਕਰਨੀ।
ETC ਚੈਨਲ ਜਿਹੜਾ ਸੀ ਇਹਨਾਂ ਨੇ ਉਹਦੀ ਅਜੇ ਰਹਿੰਦਾ ਸੀ ਸਮਾਂ, ਉਹਨੂੰ ਵਿੱਚੇ ਬੰਦ ਕਰਕੇ PTC ਸ਼ੁਰੂ ਕਰ ਦਿੰਦੇ ਹੋ। ਉੱਥੇ ਏਡੀ ਕਿਹਦੀ ਕਾਹਲੀ ਸੀਗੀ, ਤੁਹਾਨੂੰ ਚੱਲ ਹੀ ਰਿਹਾ ਸੀ ਨਾ। ਹੁਣ ਇੱਥੇ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਕੱਲਾ ਹੀ ਨਹੀਂ, ਮੈਂ ਇਹ ਵੀ ਕਹਾਂਗਾ ਕਿ ਹੁਣ ਭਗਵੰਤ ਮਾਨ ਨੇ ਜਿਹੜੀ ਗੱਲ ਸ਼ੁਰੂ ਕੀਤੀ ਹੈ, ਇਹ ਭਗਵੰਤ ਮਾਨ ਨੇ ਨਹੀਂ ਕੀਤੀ। ਇਹ ਸਭ ਤੋਂ ਪਹਿਲਾਂ PTC ਦਾ ਜਿਹੜਾ ਸਕੈਂਡਲ ਸਾਹਮਣੇ ਆਇਆ ਸੀ ਅਸ਼ਲੀਲ, ਉਹ ਵੀ ਆਪਣੀਆਂ ਹੀ ਬੱਚੀਆਂ ਨਾਲ ਸ਼ੋਸ਼ਣ ਕਰਨ ਦਾ, ਉਸ ਨੂੰ ਲੈ ਕੇ ਘਟੀਆ ਮਸ਼ਹੂਰੀਆਂ ਨੂੰ ਲੈ ਕੇ ਦਰਬਾਰ ਸਾਹਿਬ ਨਾਲ ਲੈਣ ਦੇਣ ਨੂੰ ਲਾ ਕੇ ਉਹਦਾ ਐਗਰੀਮੈਂਟ ਜਨਤਕ ਨਹੀਂ ਕੀਤਾ ਗਿਆ ਜਿਹੜਾ ਪਿੱਛੇ ਬਣਿਆ ਹੋਇਆ। ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਦੇ ਲਾਏ ਹੋਏ ਜਥੇਦਾਰ ਨੇ ਕਹਿ ਦਿੱਤਾ ਸੀਗਾ PTC ਚੈਨਲ ਨੂੰ ਬੰਦ ਕੀਤਾ ਜਾਏ। ਹੁਣ ਤੁਹਾਡਾ ਜਥੇਦਾਰ ਕਹਿ ਰਿਹਾ ਹੈ, ਸੰਗਤ ਕਹਿ ਰਹੀ ਹੈ, ਹੁਣ ਤੀਜੇ ਨੰਬਰ ਤੇ ਮੁੱਖ ਮੰਤਰੀ ਨੇ ਕਹਿ ਦਿੱਤਾ। ਇਹ 'ਚ ਕਿੱਡੀ ਕਥਨੀ ਸੀਗੀ, ਔਰ ਇਹਦਾ ਗੁਰਦੁਆਰਾ ਐਕਟ ਨਾਲ ਕੋਈ ਸੰਬੰਧ ਹੀ ਹੈ ਨਹੀਂ। ਹੁਣ ਘਰ ਦੇ ਵਿੱਚ ਕੋਈ ਮੇਜ਼ ਕੁਰਸੀ ਬਦਲਣਾ ਆ, ਕੋਈ ਸੀਸਾ ਲਾਉਣਾ, ਕੋਈ TV ਲਾਉਣਾ, ਉਹਦਾ ਤੁਹਾਡੀ ਇੰਤਕਾਲ ਰਜਿਸਟਰੀ ਨਾਲ ਕੀ ਮਤਲਬ ਹੈ? ਕੋਈ ਮਤਲਬ ਨਹੀਂ। ਇੱਥੇ ਸਿਰਫ ਤੇ ਸਿਰਫ ਇੱਕ ਪ੍ਰਬੰਧਕੀ ਨੁਕਤਾ ਸੀ। ਇਹ ਜਾਣ ਬੁੱਝ ਕੇ ਇਹਨੂੰ ਖਲਾ ਪੈਦਾ ਕੀਤਾ ਗਿਆ ਆ, ਤੇ ਇਸ ਲਈ PTC ਚੈਨਲ ਬੰਦ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਚੈਨਲ ਸ਼ੁਰੂ ਹੋਵੇ। ਔਰ ਉੱਥੇ YouTube ਚੈਨਲ ਨਹੀਂ, ਨਿੱਜੀ ਚੈਨਲ। YouTube ਦਾ ਨਿਆਣੇ ਬਣਾਈ ਫਿਰਦੇ ਆ, ਇਹ ਕੋਈ ਸਿਆਣੀ ਗੱਲ ਨਹੀਂ ਆ, ਐਡਵੋਕੇਟ ਵਾਲੀ ਗੱਲ ਨਹੀਂ ਆ। ਔਰ ਇੱਥੇ ਨਾਲ ਜਿੱਦਾਂ ਹੁਣ ਦਮਦਮਾ ਸਾਹਿਬ ਆ, ਤਖਤ ਕੇਸਗੜ੍ਹ ਸਾਹਿਬ ਆ, ਫਤਿਹਗੜ੍ਹ ਸਾਹਿਬ ਆ, ਹੋਰ ਗੁਰਦੁਆਰਾ ਸਾਹਿਬ ਨੇ, ਉੱਥੇ ਵੀ ਨਿੱਜੀ ਕਿਤੇ ਨਾ ਕਿਤੇ ਚੈਨਲ ਚੱਲ ਰਹੇ ਨੇ, ਸੀਸਗੰਜ ਸਾਹਿਬ ਜਾਂ ਹੋਰ ਨੇ। ਸਾਰਿਆਂ ਦੇ ਜਿਹੜੇ ਹੱਕ ਹਕੂਕ ਨੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਇੱਕ ਲੜੀ 'ਚ ਪਰੋ ਕੇ ਸਾਰਿਆਂ ਨੂੰ ਦਿੱਤੇ ਜਾਣ, ਜਿੱਥੋਂ ਕਿਸੇ ਨੂੰ ਕੋਈ ਕਾਪੀਰਾਈਟ ਦਾ ਡਰ ਨਾ ਹੋਵੇ ਤੇ ਅਸ਼ਲੀਲ ਤਰ੍ਹਾਂ ਦੀਆਂ ਮਸ਼ਹੂਰੀਆਂ ਨਾ ਹੋਣ। ਔਰ ਹਰ ਜਿਹੜਾ ਸਿੱਖ ਹੈ ਉਹ ਇਹਨਾਂ ਦੀ ਕੇਵਲ ਨੂੰ ਡੀਕਣ ਦੀ ਬਜਾਏ ਸਿੱਧਾ ਘਰ ਬੈਠਾ ਸੁਣ ਸਕੇ। ਜੇ ਕੇਵਲਾਂ ਰਾਹੀਂ ਭੇਜਣਗੇ ਤੇ ਫਿਰ ਵੀ ਇੱਥੇ ਚੋਰ ਮੋਰੀਆਂ ਬਹੁਤ ਨਿਕਲਣਗੀਆਂ। ਅੱਛਾ, ਇੱਕ ਸ਼ੁਰੂਆਤ ਤੋਂ ਗੱਲ ਸ਼ੁਰੂ ਕਰਦੇ ਹਾਂ ਕਿ CM ਭਗਵੰਤ ਮਾਨ ਜਿਹੜਾ ਆਹ ਫੈਸਲਾ ਕਰਦੇ ਨੇ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈਗਾ ਇਹਨੂੰ ਮੁਫਤੀ ਕਰ ਦਿੱਤਾ ਜਾਵੇ, ਜਾਂ ਸਭ ਤੋਂ ਪਹਿਲਾਂ ਤਾਂ ਟੈਂਡਰ ਕੱਢਣ ਦੀ ਗੱਲ ਕਰ ਦਿੰਦੀ ਹੈ, SGPC ਵੀ ਕਰ ਦਿੰਦੇ, ਇੱਧਰੋਂ ਵੀ ਕਹਿ ਦਿੱਤਾ ਜਾਂਦਾ ਆ। ਉਸ ਤੋਂ ਬਾਅਦ ਇਹ ਬਿਆਨ ਆਉਂਦਾ ਕਿ ਨਹੀਂ, ਹੁਣ ਤਾਂ ਮੁਫਤੀ ਕੀਤਾ ਜਾਵੇ, ਕੋਈ ਵੀ ਆ ਕੇ ਇਸ ਦਾ ਪ੍ਰਸਾਰਣ ਜਿਹੜਾ ਉਹ ਕਰ ਸਕਦਾ। ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਇਹਨੂੰ ਦਖਲਅੰਦਾਜ਼ੀ ਕਿਹਾ ਗਿਆ, ਸਿੱਧੀ ਦਖਲਅੰਦਾਜ਼ੀ। ਤੁਹਾਡੇ ਹਿਸਾਬ ਨਾਲ ਇਹ ਦਖਲਅੰਦਾਜ਼ੀ ਹੈ ਜਾਂ ਫਿਰ ਕੁਝ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਦਖਲਅੰਦਾਜ਼ੀ ਇਹਨੂੰ ਨਹੀਂ ਕਵਾਂਗੇ। ਦਖਲਅੰਦਾਜ਼ੀ ਤਾਂ ਬਾਦਲ ਟੱਬਰ ਨੇ ਕੀਤੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ 1900 ਜਿਹੜੇ ਐਕਟ ਦੀ ਗੱਲ ਕਰਦੇ ਹੋ ਤੁਸੀਂ, ਐਕਟ ਦੇ ਵਿੱਚ ਮੁੱਖ ਸਕੱਤਰ ਦੀ ਸਾਮੀ ਹੈ ਨਹੀਂ, ਤੇ ਤੁਸੀਂ ਮੁੱਖ ਸਕੱਤਰ ਲਿਆ ਕੇ ਤੇ ਗੋਲਕ ਦੇ ਵਿੱਚੋਂ 3.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਦੇ ਰਹੇ ਹੋ, ਜਿਹਨੂੰ ਅਸੀਂ ਹਾਈ ਕੋਰਟ ਜਾ ਕੇ ਤੇ ਇਹਨਾਂ ਦੇ ਉਹ ਸਕੱਤਰ ਤੋਂ ਅਸਤੀਫਾ ਇਹਨਾਂ ਨੇ ਫਿਰ ਲਿਆ ਜਾ ਕੇ। ਪਹਿਲਾਂ ਉਹਦੀਆਂ ਤਰੀਕਾਂ ਪਾਉਂਦੇ ਰਹੇ ਕਿਉਂਕਿ ਸਰਕਾਰ ਇਹਨਾਂ ਦੀ ਸੀ। ਹੁਣ ਦਖਲਅੰਦਾਜ਼ੀ ਤਾਂ ਤੁਸੀਂ ਕੀਤੀ ਆ, ਹੁਕਮਨਾਮੇ ਉੱਥੋਂ ਸ਼ੁਰੂ ਕਰਾਏ ਸੌਦੇ ਸਾਧ ਦੇ, ਫਿਰ ਤੁਸੀਂ 90-95 ਲੱਖ ਰੁਪਈਆ ਗੋਲਕ ਦਾ ਉਸ ਮਾਫੀਨਾਮੇ ਨੂੰ ਸਿੱਧ ਕਰਨ ਤੇ ਪੇਪਰਾਂ 'ਚ ਇਸ਼ਤਿਹਾਰ ਦੇ ਕੇ ਛਾਪਿਆ। GST ਗੁਰਦੁਆਰਿਆਂ ਤੇ ਤੁਸੀਂ ਲਵਾਈ ਆ। 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਚੋਰੀ ਵੇਚ ਦਿੱਤੇ ਆ। 9,92,886 ਅੰਗ ਚੋਰੀ ਛਾਪੇ ਆ। 2,04,536 ਅੰਗ ਲਾਪਤਾ ਕੀਤੇ ਆ। 9,82,700 ਰੁਪਈਆ ਸਿਆਹੀ ਕਾਗਜ਼ ਦਾ ਖਾ ਗਏ ਹੋ। 10 ਲੱਖ ਫਰਮੇ ਨਿੱਜੀ ਬੰਦਿਆਂ ਠੇਕੇਦਾਰਾਂ ਤੋਂ ਫੜੇ ਜਾਂਦੇ ਆ, ਔਰ ਸੈਂਕੜੇ ਸਰੂਪ ਅੱਗ ਦੀ ਭੇਟ ਚੜ੍ਹ ਜਾਂਦੇ ਆ। ਈਸ਼ਰ ਸਿੰਘ ਜੀ ਐਡਵੋਕੇਟ ਅਨੁਸਾਰ ਇਹ ਨਰਾਦਰ ਵੀ ਹੋਇਆ, ਬੇਅਦਬੀ ਹੋਈ। 1995 ਤੋਂ ਲੈ ਕੇ 15 ਤੇ 18 ਤੋਂ ਲੈ ਕੇ 23 ਤੱਕ ਦੀ ਪੈਂਡਿੰਗ ਪਈ ਆ ਸਾਰੀ ਪੜਤਾਲ। ਇਹ ਵੱਡੀ ਦਖਲਅੰਦਾਜ਼ੀ ਤਾਂ ਤੁਸੀਂ ਕਰ ਰਹੇ ਹੋ। ਉਹਨਾਂ ਨੇ ਦਖਲਅੰਦਾਜ਼ੀ ਕਾਦੀ ਕਰ ਦਿੱਤੀ ਪਈ ਕਿ ਚੈਨਲ ਲਾ ਦਿਓ, ਇਹਨੂੰ ਦਖਲਅੰਦਾਜ਼ੀ ਕਹਿੰਦੇ ਹੋ। ਦਖਲਅੰਦਾਜ਼ੀ ਦਾ ਰੌਲਾ ਪਵਾ ਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਜਿਹਦੇ ਉੱਤੋਂ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਵੱਡੀ ਦਖਲਅੰਦਾਜ਼ੀ ਇਹ ਬਾਦਲ ਕੇ ਕਰ ਰਹੇ ਨੇ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਜਲਾਸ ਹੈ, ਹੁਣ ਤੁਸੀਂ ਐਕਟ ਮੁਤਾਬਕ ਐਕਟ ਦੀ ਵਾਰ-ਵਾਰ ਗੱਲ ਕਰਦੇ ਹੋ। ਐਕਟ ਦੇ ਵਿੱਚ ਲਿਖਿਆ ਕਿ ਮੈਂਬਰ 5 ਸਾਲ ਲਈ ਚੁਣਿਆ ਜਾਂਦਾ। ਤੁਸੀਂ
ਬੀਜੇਪੀ ਕੇਂਦਰ ਸਰਕਾਰ ਨਾਲ ਮਿਲ ਕੇ ਕਦੇ 17 ਸਾਲ, ਕਦੇ ਆ ਹੁਣ 13-14 ਸਾਲ ਫਿਰ ਹੋ ਗਏ ਆ, ਤੁਸੀਂ ਚੋਣ ਹੀ ਨਹੀਂ ਹੋਣ ਦੇ ਰਹੇ। ਇਹ ਦਖਲਅੰਦਾਜ਼ੀ ਨਹੀਂ। ਜਿਹੜਾ ਮੈਂਬਰ 5 ਮਹੀਨਿਆਂ ਬਾਅਦ ਉਹ ਹਾਊਸ 'ਚ ਬੈਠ ਹੀ ਨਹੀਂ ਸਕਦਾ, ਉਹਨੂੰ ਤੁਸੀਂ 20-20 ਸਾਲ ਲੰਮਸਾਮੀ ਚਲਾਈ ਜਾ ਰਹੇ ਹੋ। ਇਹ ਦਖਲਅੰਦਾਜ਼ੀ ਨਹੀਂ ਆ। ਔਰ ਅੱਜ ਤੱਕ ਤੁਸੀਂ ਗੁਰੂ ਪੰਥ ਲਈ ਇਜਲਾਸ ਤਾਂ ਸੱਦ ਨਹੀਂ ਸਕੇ। ਸਿੱਖਾਂ ਦੇ ਬੱਚੇ ਪ੍ਰਵਾਸ ਕਰ ਗਏ, ਸਿੱਖਾਂ ਦੇ ਬੱਚੇ ਨਸ਼ੇ ਨਾਲ ਮਰ ਗਏ, ਸਿੱਖਾਂ ਦੇ ਬੱਚਿਆਂ ਨੂੰ ਗੈਂਗਸਟਰ ਕਹਿ ਕੇ ਗੋਲੀਆਂ ਮਾਰਤੀਆਂ, ਸਿੱਖਾਂ ਦੇ ਬੱਚਿਆਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਹੈ। ਤੁਸੀਂ ਕਿੱਥੇ ਇਜਲਾਸ ਸੱਦਿਆ ਇੱਥੇ? ਔਰ ਉਹਨਾਂ ਨੂੰ ਸਾਮ ਦੀਆਂ ਜੇਲ੍ਹਾਂ ਤੱਕ ਉੱਥੇ ਸਾਰਾ ਕੁਝ ਦਿਖਾ ਦਿੱਤਾ ਆ। ਔਰ ਕਿੰਨਾ ਕੁਛ ਵਾਪਰਿਆ ਸਿੱਖ ਪਨੀਰੀ ਨਾਲ, ਪ੍ਰਵਾਸ ਹੋ ਰਿਹਾ ਆ, ਜਵਾਨੀ ਰੁਲ ਰਹੀ ਆ। ਕਿੱਥੇ ਸੱਦਿਆ ਜੀ ਤੁਸੀਂ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ, ਬੇਅਦਬੀਆਂ ਲਈ ਵੱਖਰੇ ਕਾਨੂੰਨ ਦਾ ਕਿਹੜਾ ਮਤਾ ਪਾਸ ਕੀਤਾ ਹੈ? ਵੱਖਰੇ ਕਮਿਸ਼ਨ ਬੈਠਣ ਦੀ ਗੱਲ ਤੇ ਕਿਹੜਾ ਇਜਲਾਸ ਸੱਦਿਆ ਹੈ? ਇਸ ਲਈ ਜਿਹੜਾ ਇਜਲਾਸ ਸੀਗਾ, ਇਹਨੂੰ ਕਵਾਂਗਾ ਪੈਸਾ ਗੁਰੂ ਕੀ ਗੋਲਕ ਦਾ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਸ਼ੋਸ਼ਣ ਤੇ ਸੀਰੀ ਰੱਖੇ ਹੋਏ ਲੋਕ ਉੱਥੇ ਇਕੱਠੇ ਕਰਕੇ, ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਵੀ ਜਿਹਦਾ PTC ਚੈਨਲ ਉਹ ਤਾਂ ਚੁੱਪ ਕਰਕੇ ਬੈਠਾ ਹੈ। ਆ ਜਿਹੜੇ ਸੀਰੀ ਰੱਖੇ ਸੀ ਉਹਨਾਂ ਨੇ ਖੌਰੂ ਪਾਇਆ ਹੋਇਆ ਬਿਨਾਂ ਮਤਲਬ ਤੋਂ। ਪੈਸਾ ਗੁਰੂ ਕੀ ਗੋਲਕ ਦਾ, ਇਹਨੂੰ ਇਜਲਾਸ ਨਹੀਂ, ਇਹਨੂੰ ਮੈਂ PTC ਸੰਮੇਲਨ ਕਹਿੰਦਾ। ਜਿਹੜਾ ਬਾਦਲ ਕਿਆ ਨੇ ਇੱਕ PTC ਲਈ ਇੰਨੀ ਅੜੀ ਕੀਤੀ ਹੋਈ ਹੈ ਵੀ ਕਿਸੇ ਵੀ ਕੀਮਤ ਤੇ PTC ਨੂੰ ਅਸੀਂ ਬਾਹਰ ਨਹੀਂ ਜਾਣ ਦੇਣਾ। ਪਰ ਸਿੱਖ ਪੰਥ ਨੂੰ ਤਕੜੇ ਹੋਣ ਦੀ ਲੋੜ ਹੈ ਕਿ PTC ਨੂੰ ਰਹਿਣ ਨਹੀਂ ਦੇਣਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਚੈਨਲ ਸ਼ੁਰੂ ਕਰਨਾ। ਅੱਛਾ, ਹੁਣ ਬਿਆਨਾਂ ਤੇ ਆਉਂਦੇ ਆ, ਜਿਹੜੇ ਬਿਆਨ ਕੀਤੇ ਗਏ ਜਦੋਂ ਇਹ ਮਾਮਲਾ ਚੱਲਿਆ, ਜਦੋਂ ਆਪਸ ਦੀ ਟਕਰਾਰਾਂ ਹੋਈਆਂ, ਉਦੋਂ ਬੜੀ ਬਿਆਨਬਾਜ਼ੀ ਹੋਈ। CM ਭਗਵੰਤ ਮਾਨ ਕੁਝ ਇਹੋ ਜਿਹਾ ਕਹਿ ਦਿੰਦੇ ਨੇ, ਉਹ ਕਹਿੰਦੇ ਨੇ ਕਿ ਇਹ ਤਾਂ ਉਹ ਲੋਕ ਨੇ ਸਾਰੇ ਜਦੋਂ ਚੋਣਾਂ ਆਉਂਦੀਆਂ ਨੇ ਤੇ ਉਦੋਂ ਦਾੜਾ ਖੋਲ ਲੈਂਦੇ ਨੇ, ਨਹੀਂ ਤਾਂ ਉਹ ਵਾਪਸ ਬੰਨ ਲੈਂਦੇ ਨੇ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਇਸ ਬਿਆਨ ਬਾਰੇ? ਹੁਣ ਇਹਦੇ 'ਚ ਉਹਨਾਂ ਨੇ ਇਹ ਕਿਹਾ ਹੈ ਕਿ ਜਦੋਂ ਚੋਣਾਂ ਤੁਸੀਂ ਆਉਂਦੀਆਂ ਰਾਤੋਂ ਰਾਤ ਕਿਰਪਾਨ ਵੀ ਪਾ ਲੈਂਦੇ ਤੇ ਚੋਣਾਂ ਜਿੱਤਣ ਤੋਂ ਬਾਅਦ ਇਹ ਕਿੱਲੀ ਤੇ ਵੀ ਟੰਗ ਦਿੰਦੇ ਆ। ਇਹ ਰੰਗ ਵੀ ਲੈਂਦੇ ਆ, ਇਹ ਕੱਟ ਵੀ ਲੈਂਦੇ ਆ, ਇਹ ਤੁੰਨ ਵੀ ਲੈਂਦੇ ਆ, ਸਾਰਾ ਕੁਝ ਖੋਲ ਵੀ ਲੈਂਦੇ ਆ। ਇਹਦੇ 'ਚ ਉਹਨੇ ਦਾੜੀ ਨੂੰ ਤਾਂ ਕੁਛ ਨਹੀਂ ਕਿਹਾ, ਇਹਨਾਂ ਨੂੰ ਕਿਹਾ ਨਾ। ਔਰ ਜਿੱਥੋਂ ਤੱਕ ਦਾੜੀ ਦਾ ਸਵਾਲ ਹੈ, ਪਹਿਲੀ ਗੱਲ ਦਾੜੀ ਜਿਹੜੀ ਹੈ ਕੇਸ ਹੈ, ਇਹ ਮਨੁੱਖ ਦੀ ਨਰ ਦੀ ਨਿਸ਼ਾਨੀ, ਇਸਤਰੀ ਪੁਰਸ਼ ਦੀ ਪਛਾਣ ਦੀ ਨਿਸ਼ਾਨੀ। ਹੁਣ ਇਹ ਦਾੜੀ ਮੁਸਲਮਾਨ ਕੋਲੇ ਵੀ ਹੈ, ਈਸਾਈ ਕੋਲੇ ਵੀ ਹੈ, ਬਾਕੀਆਂ ਕੋਲੇ ਵੀ ਹੈ, ਕਿਸੇ ਨੂੰ ਕੋਈ ਤਲਖੀ ਨਹੀਂ ਹੋਈ। ਔਰ ਉਦੋਂ ਬਾਅਦ ਇਸ ਦਾੜੀ ਨੂੰ ਸਿੱਖ ਨੇ ਸੰਭਾਲਿਆ, ਬਾਕੀਆਂ ਨੇ ਕੱਟ ਲਈ, ਉਹਨਾਂ ਦੀ ਮਰਜ਼ੀ। ਪਰ ਸਿੱਖੀ ਦੇ ਵਿੱਚ ਕੀ ਹੈ? ਦਾੜੀ ਕੱਟ ਲੈਣੀ, ਦਾੜੀ ਰੰਗ ਦੇਣੀ। ਸ਼ੇਰੇ ਪੰਜਾਬ ਨੇ ਇੱਕ ਵਾਲ ਰੰਗਤਾ ਸੀਗਾ 2 ਤੇ ਉਹਨੂੰ ਕਾਲੀ ਫੂਲਾ ਸਿੰਘ ਨੇ ਬੰਨ ਲਿਆ ਸੀਗਾ ਵੀ ਕਿਉਂ ਕਰਦਾ ਕਾਲਾ ਬੱਗੇ ਨੂੰ, ਜੇ ਅੰਤ ਨੂੰ ਇੱਕ ਦਿਨ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ? ਕਹਿ ਦਿਓ ਉਹਨਾਂ ਹੁਕਮਨਾਮਾ ਜਾਰੀ ਕਰ ਦਿੱਤਾ, ਕਹਿ ਦਿਓ ਕਾਣੇ ਢਗੇ ਨੂੰ ਕਿਉਂ ਕਰਦਾ ਕਾਲਾ ਬੱਗੇ ਨੂੰ, ਜੇ ਅੰਤ ਨੂੰ ਇੱਕ ਦਿਨ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ? ਸ਼ੇਰੇ ਪੰਜਾਬ ਨੂੰ ਗੱਲ ਕਹਿ ਦਿੱਤੀ। ਇੱਥੇ ਤੁਸੀਂ ਦਾੜੀਆਂ ਰੰਗਣ ਵਾਲਿਆਂ ਨੂੰ SGPC ਦੀਆਂ ਟਿਕਟਾਂ ਵੰਡ ਰਹੇ ਹੋ। ਤੇ ਜੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਦਾ ਤੁਹਾਡਾ ਸੀਰੀ ਬਣ ਕੇ ਆਵੇ, ਦਾੜੀ ਰੰਗ ਕੇ ਬੰਨੀ ਉਹਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਸਰੋਪਾ ਵੀ ਦੇ ਦਿੰਦੇ ਹੋ ਤੁਸੀਂ। ਦੂਜੇ ਬੰਨੇ ਜੇ ਕਿਤੇ ਉਦੋਂ ਕੈਪਟਨ ਮੁੱਖ ਮੰਤਰੀ ਸੀ, ਇਹਨਾਂ ਨੂੰ ਸਰੋਪਾ ਨਹੀਂ ਦਿੱਤਾ। ਕਿਉਂ? ਕਹਿੰਦੇ ਜੀ ਇਹਨੇ ਦਾੜੀ ਰੰਗੀ। ਤੇ ਫਿਰ ਤੁਹਾਡੇ ਉਹ ਸਿਰਸਾ ਬੜਾ ਗੁਰਮੁਖ ਸੀ ਜਿਹਨੂੰ ਤੁਸੀਂ ਸਰੋਪਾ ਦਰਬਾਰ ਸਾਹਿਬ 'ਚ ਦਿੱਤਾ। ਦਾੜੀ ਰੰਗੀ ਵੀ ਸੀ ਤੇ ਦਾੜੀ ਬੰਨੀ ਵੀ ਸੀ। ਉਦੋਂ ਬਾਅਦ ਬੀਬੀ ਸਿਮਰਜੀਤ ਕੌਰ ਉੱਥੇ ਆਉਂਦੀ ਹੈ, ਹਰਸਿਮਰਤ ਦੱਸੋ ਨੇ ਅੰਮ੍ਰਿਤ ਛਕ ਲਿਆ। ਹੁਣ ਇੱਧਰ ਤੁਸੀਂ ਰਹਿਤ ਮਰਜ਼ਾਦਾ 'ਚ ਭਰਵੱਟੇ ਮੁੰਨਣ ਵਾਲੇ ਨੂੰ ਪਤਿਤ ਕਹਿ ਰਹੇ ਹੋ, ਉੱਥੇ ਤੁਸੀਂ ਫਿਰ ਇਹ ਵਖਰੇਵਾਂ ਕਿਉਂ ਰੱਖ ਰਹੇ ਹੋ? ਤੁਸੀਂ ਦਾੜੀ ਕੱਟੀ ਹੈ, ਤੁਹਾਨੂੰ ਸੱਚਖੰਡ 'ਚ ਸਰੋਪਾ ਨਹੀਂ ਦੇਣਗੇ, ਇਹ ਪਤਿਤ ਹੈ। ਪਰ ਜੇ ਇਹਨਾਂ ਦਾ ਕੋਈ ਆ ਜੇ ਤੇ ਫਿਰ ਉਹ ਟੋਪੀ ਪਾ ਕੇ ਵੀ ਆ ਸਕਦਾ ਹੈ, ਕੋਈ ਗੱਲ ਨਹੀਂ। ਇਸ ਲਈ ਇਹ ਜਿਹੜੀ ਗੱਲ ਸੀ ਖਾਮ ਖਾ ਉਹਨੂੰ ਰੌਲਾ ਪਾਇਆ ਗਿਆ ਤੇ ਹੁਣ ਇਹਨੂੰ ਬਵੇੜਾ ਖੜਾ ਕਰਨਾ ਇਹ ਖਾਮ ਖਾ ਆ। ਉਹਨੇ ਉੱਥੇ ਕੇਵਲ ਦਾੜੀ ਸਮੇਂ ਨਾਲ ਬੰਨ੍ਹ ਲੈਣੀ, ਸਮੇਂ ਨਾਲ ਖੋਲ੍ਹ ਲੈਣੀ, ਲੋਕਾਂ ਨੂੰ ਬੁੱਧੂ ਬਣਾਉਣਾ, ਉਹ ਗੱਲ ਕੀਤੀ ਸੀ, ਨਾ ਕਿ ਉਹਨੇ ਦਾੜੀ ਤੇ ਕਿੰਤੂ ਕੀਤਾ ਜੋ ਮੇਰੇ ਸਾਹਮਣੇ ਆਇਆ। ਤੇ ਇਸ ਲਈ ਇੱਥੇ ਮੈਂ ਨਹੀਂ ਸਮਝਦਾ ਕਿ ਉਹਨੇ ਕੋਈ ਗਲਤ ਕਹਿਤਾ। ਜਥੇਦਾਰੀ ਬਾਰੇ ਗੱਲ ਕੀਤੀ ਹੈ ਤੁਸੀਂ, ਜਥੇਦਾਰੀ ਦੀ ਗੱਲ ਕਰਦੇ ਹਾਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੇਵਾ ਮੁਕਤ ਕਰ ਦਿੱਤੇ ਗਏ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਦਮਦਮਾ ਸਾਹਿਬ ਦੇ ਜਥੇਦਾਰ ਹੈਗੇ ਨੇ, ਪਰ ਉਧਰੋਂ ਸੇਵਾ ਮੁਕਤ ਕਰ ਦਿੱਤੇ ਗਏ। ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ, ਮੈਂ ਆਪ ਹੀ ਚਾਹੁੰਦਾ ਸੀਗਾ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਮੈਂ ਤਾਂ ਕਹਿੰਦਾ ਸੀ ਦੋਵੇਂ ਪਾਸਿਓਂ ਮੈਨੂੰ ਸੇਵਾ ਮੁਕਤ ਕਰ ਦਿਓ, ਮੈਂ ਵਿਹਲਾ ਹੋਣਾ ਚਾਹੁੰਦਾ ਸਾਂ। ਪਰ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਕਿਹੜੇ ਕਾਰਨ ਨੇ ਕਿ ਸੇਵਾ ਮੁਕਤ ਕਰ ਦਿੱਤਾ ਗਿਆ? ਕਿਉਂਕਿ ਵਿਵਾਦ ਤਾਂ ਉਸੇ ਵੇਲੇ ਸ਼ੁਰੂ ਹੋ ਗਿਆ ਸੀ ਜਦੋਂ ਪਰਿਨੀਤੀ ਚੋਪੜਾ ਤੇ ਰਾਘਵ ਚੱਡਾ ਦਾ ਮੰਗਣੀ ਸਮਾਗਮ ਸੀ, ਉਸ ਤੋਂ ਬਾਅਦ ਹੀ ਟਿੱਕਾ ਟਿੱਪਣੀ ਸ਼ੁਰੂ ਹੋ ਗਈ ਸੀ। ਉਦੋਂ ਪਹਿਲਾਂ ਵੀ ਵਿਵਾਦ ਬਹੁਤ ਹੋਏ ਆ, ਜਦੋਂ ਇਹਨਾਂ ਅਕਾਲੀ ਦਲ ਦੇ ਜਿਨ੍ਹਾਂ ਨੇ ਅਰਦਾਸ ਦਾ ਨਾਲ ਖਿਲਵਾੜ ਕੀਤਾ ਤੇ ਜਿਹੜਾ ਮਲੂਕਾ ਇਹਨਾਂ ਦਾ ਕੋਈ ਮੰਤਰੀ ਸੀਗਾ ਉਹਨੂੰ ਮੇਲ ਤੇ ਹੀ ਮਾਫੀਆਂ ਦੇਣ ਵਾਲੇ ਵੀ ਤਾਂ ਇਹੀ ਸੀਗੇ। ਉਦੋਂ ਬਾਅਦ ਦਰਬਾਰ ਸਾਹਿਬ ਆਏ ਆ, 328 ਸਰੂਪਾਂ ਤੇ ਪਰਦਾ ਪਾਉਣ ਵਾਲਾ ਵੀ ਤਾਂ ਇਹੀ ਇਹਨਾਂ ਦਾ ਹੀ ਜਥੇਦਾਰ ਸੀਗਾ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਜੇ ਸੌਦੇ ਸਾਧ ਨੂੰ ਤੁਸੀਂ ਭੰਡ ਰਹੇ ਹੋ ਵੀ ਉਹਨੂੰ ਜੇਲ੍ਹ ਹੋਣੀ ਚਾਹੀਦੀ, ਉਹਨੂੰ ਉਹ ਹੋਣਾ ਚਾਹੀਦਾ, ਤੇ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਸੀ ਉਹਨਾਂ ਨੂੰ ਝਾੜੂ ਮਰਵਾਰ ਕੇ ਛੱਡਣ ਵਾਲਾ ਵੀ ਤਾਂ ਇਹੀ ਜਥੇਦਾਰ ਸੀਗਾ, ਇਹਨਾਂ ਦਾ ਹੀ। ਫਿਰ 220 ਸਰੂਪਾਂ ਦੀ ਗੱਲ ਆਈ, ਜੋ 1000 ਸਰੂਪ ਅਮਰੀਕਾ 'ਚ ਫੜਿਆ, ਉਹਨਾਂ ਦੋਸ਼ੀਆਂ ਨੂੰ ਕੜਾਹ ਪ੍ਰਸ਼ਾਦ ਲਾ ਕੇ ਛੱਡਣ ਵਾਲਾ ਵੀ ਇਹੀ ਸੀਗਾ। ਬਹੁਤ ਸਾਰੀਆਂ ਚੀਜ਼ਾਂ ਨੇ ਤੇ ਇਹ ਜ਼ਿੰਮੇਵਾਰ ਨੇ। ਤੇ ਅੱਜ ਮੈਂ ਇਹ ਕਹਿ ਸਕਦਾ ਕਿ ਇੱਕ ਜੱਜ ਦੀ ਵੀ ਜ਼ਮੀਰ ਹੁੰਦੀ ਆ। ਉਹ ਕਹਿੰਦਾ ਵੀ ਜੇ ਤੁਸੀਂ ਮੈਨੂੰ ਸੁਪਰੀਮ ਕੋਰਟ ਹਾਈ ਕੋਰਟ ਦਾ ਜੱਜ ਲਾਤਾ, ਉਦੋਂ ਬਾਅਦ ਜੇ ਤੁਸੀਂ ਮੈਨੂੰ ਐਡੀਸ਼ਨਲ ਲਾਇਆ ਤੇ ਮੈਂ ਘਰੇ ਬੈਠ ਜਾਵਾਂਗਾ, ਨਾ ਮੈਂ ਕਿਤੇ ਵਕਾਲਤ ਕਰਾਂਗਾ, ਨਾ ਮੈਂ ਤੁਹਾਡੇ ਦਰ ਤੇ ਆਵਾਂਗਾ। ਪਰ ਪਤਾ ਨਹੀਂ ਇਹਨਾਂ ਦੀ ਕਿਹੜੀ ਜ਼ਮੀਰ ਬਣੀ ਹੈ, ਕਿਸ ਮਿੱਟੀ ਦੇ ਲੋਕ ਬਣੇ ਨੇ, ਇੰਨੀ ਇਹਨਾਂ ਦੇ ਨਾਲ ਹੋਈ। ਚਪੜਾਸੀ ਵੀ ਕਿਤੇ ਨਾ ਕਿਤੇ ਆਪਣੀ ਅਣਖ ਰੱਖਦਾ ਹੈ, ਇਹ ਤੇ ਉਹਨਾਂ ਤੋਂ ਵੀ ਭੈੜੇ ਹੋ ਗਏ। ਭਾਵੇਂ ਇਹਨਾਂ ਨੂੰ ਜਥੇਦਾਰ ਲਾ ਦਿਓ ਤੇ ਭਾਵੇਂ ਚਪੜਾਸੀ ਲਾ ਦਿਓ, ਇਹ ਤੇ ਚੁੱਪ ਕਰਕੇ ਆਪਣੀ ਡਿਊਟੀ ਤੇ ਬਹਿ ਜਾਂਦੇ ਨੇ। ਹੁਣ ਜਥੇਦਾਰ ਐਡੀਸ਼ਨਲ ਤੇ ਐਡੀਸ਼ਨਲ ਜਥੇਦਾਰ, ਇਹ ਫਰਕ ਨੇ ਆਪਣੇ ਆਪਣੇ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਇੱਕ ਅਹੁਦੇ ਤੇ ਦੋ ਜਥੇਦਾਰ, ਕੀ ਸਿੱਖ ਕੌਮ ਕੋਲੇ ਕੋਈ ਜਥੇਦਾਰ ਹੀ ਹੈ ਨਹੀਂ? ਕਦੇ ਤੁਸੀਂ ਦਮਦਮਾ ਸਾਹਿਬ ਦੇ ਜਥੇਦਾਰ ਬਣ ਜਾਂਦੇ ਹੋ, ਕਦੇ ਅਕਾਲ ਤਖਤ ਦੇ। ਹੁਣ ਉਹ ਜਿਹੜੇ ਗਿਆਨੀ ਸੁਲਤਾਨ ਸਿੰਘ ਲਾਤੇ ਨੇ, ਉਹ ਤਖਤ ਸਾਹਿਬ ਦੇ ਵੀ ਨੇ ਤੇ ਉੱਥੇ ਦੇ ਵੀ ਨੇ। ਪਹਿਲੇ ਰਘਵੀਰ ਸਿੰਘ ਸੀ, ਉਹ ਸਿੰਘ ਸਾਹਿਬ ਵੀ ਸੀ ਵੀ ਤੇ ਜਥੇਦਾਰ ਵੀ ਸੀਗੇ। ਹੁਣ ਉਹ ਜਿਹੜਾ ਰੋਜ਼ ਦੇ ਤੁਸੀਂ ਦੋ ਅਹੁਦੇ ਇੱਕ ਬੰਦੇ ਨੂੰ ਵੰਡੇ ਹੋਏ ਆ, ਉਹ ਵੀ ਮੁਲਾਜ਼ਮ ਨੂੰ। ਔਰ ਉਦੋਂ ਬਾਅਦ ਜੋ ਸ਼ਰਤਾਂ ਚਾਹੀਦੀਆਂ ਸੀ ਉਹ ਵੀ ਪੂਰੀਆਂ ਨਹੀਂ ਹੋ ਰਹੀਆਂ। ਫਿਰ ਜਿਹੜਾ ਤੁਸੀਂ ਕਰੋੜਾਂ ਦਾ ਤੇਲ ਫੂਕ ਰਹੇ ਹੋ, ਇਹ ਤੁਹਾਡੇ ਜਥੇਦਾਰ ਰਾਤ ਨੂੰ ਉੱਥੇ ਹੁੰਦੇ ਨੇ, ਸਵੇਰੇ ਉੱਥੇ ਹੁੰਦੇ। ਉਹ ਤੇਲ ਕਿਹਦਾ ਹੈ? ਗੁਰੂ ਕੀ ਗੋਲਕ ਦਾ, ਗੁਰੂ ਕੇ ਸਿੱਖਾਂ ਦੇ ਦਸਵੰਧ ਦਾ ਪੈਸਾ ਹੈ। ਫਿਰ ਇਹਨਾਂ ਦੀਆਂ ਰਹਿਸ਼ਾਂ ਜਾ ਕੇ ਵੇਖੋ, ਪਹਿਲੇ ਦੀ ਬਣੀ ਹੋਈ ਦੂਜਾ ਤੜਵਾ ਰਿਹਾ ਤੇ ਦੂਜੇ ਦੀ ਤੀਜਾ ਤੜਵਾ ਰਿਹਾ, ਜਦ ਕਿ ਉੱਥੇ ਪੈਸਾ ਕਿਹਦਾ ਲੱਗ ਰਿਹਾ। ਇਸ ਲਈ ਇਹ ਜਿੰਨਾ ਢਾਂਚਾ ਹੈ ਸਾਰੇ ਦਾ ਸਾਰਾ, ਇਹ ਤੁਹਾਨੂੰ ਖਤਮ ਕਰਕੇ ਨਵੇਂ ਸਿਰਿਓਂ ਇਹਦੀ ਸ਼ੁਰੂਆਤ ਕਰਨੀ ਹੋਊਗੀ। ਮੁਲਾਜ਼ਮਤ ਵਿੱਚੋਂ ਨਿਕਲ ਕੇ ਤੇ ਤੁਹਾਨੂੰ ਸੁਤੰਤਰ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੇ ਉਹ ਕਰਨੇ ਹੋਣਗੇ। ਅੱਛਾ, ਅੰਤ ਦੇ ਵਿੱਚ ਇੱਕ ਚੀਜ਼ ਪੁੱਛਣਾ ਚਾਹਾਂਗਾ ਜਥੇਦਾਰੀ ਬਾਰੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖੈਰ ਉਤਾਰ ਦਿੱਤਾ, ਉਹ ਅਲੱਗਾ ਹੋ ਗਏ, ਦਮਦਮਾ ਸਾਹਿਬ ਦੇ ਸੇਵਾ ਕਰਦੇ ਪਏ ਨੇ। ਇਸ ਵੇਲੇ ਜੇ ਆਪਾਂ ਜਥੇਦਾਰੀ ਦੇ ਉੱਤੇ ਦੇਖੀਏ ਤੇ ਇੱਕ ਸਰਬੱਤ ਖਾਲਸਾ ਇਜਲਾਸ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਸੀ ਜਥੇਦਾਰੀ ਨੂੰ ਲੈ ਕੇ। ਉਸ ਤੋਂ ਬਾਅਦ ਕਾਰਜਕਾਰੀ ਪੱਧਰ ਦੇ ਉੱਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਆਉਂਦੇ ਨੇ। ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਪੱਧਰ ਤੋਂ ਉਤਾਰ ਕੇ ਤੇ ਪੁਖਤਾ ਤੌਰ ਦੇ ਉੱਤੇ ਗਿਆਨੀ ਰਘਬੀਰ ਸਿੰਘ ਨੂੰ ਲਿਆਂਦਾ ਗਿਆ, ਪੱਕੇ ਤੌਰ ਤੇ ਲਿਆਂਦਾ ਗਿਆ। ਇਹ ਸਾਰੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਭਾਵੇਂ ਉਹ ਸਰਬੱਤ ਖਾਲਸਾ ਹੋਵੇ, ਭਾਵੇਂ ਉਹ ਕਾਰਜਕਾਰੀ ਜਥੇਦਾਰ ਹੋਣ, ਭਾਵੇਂ ਉਹ ਹੁਣ ਜਿਹੜੇ ਨਵੇਂ ਪੱਕੇ ਲੱਗੇ ਨੇ। ਗੱਲ ਮੁੜ ਕੇ ਉੱਥੇ ਹੀ ਆਉਣੀ ਹੈ ਜੀ, ਜਿੰਨਾ ਚਿਰ ਤੁਸੀਂ ਮੁਲਾਜ਼ਮਤ ਦੇ ਵਿੱਚੋਂ ਜਥੇਦਾਰੀ ਨੂੰ ਨਹੀਂ ਕੱਢਦੇ ਤੇ ਤਖਤ ਸਾਹਿਬਾਨ ਨੂੰ ਤਖਤ ਸਾਹਿਬ ਨਹੀਂ ਮੰਨਦੇ। ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕੱਲਾ ਹੀ ਜਥੇਦਾਰ ਲਾ ਰਿਹਾ ਤੇ ਕੱਲਾ ਹੀ ਉਤਾਰ ਰਿਹਾ। ਉਦੋਂ ਬਾਅਦ ਸਰਬੱਤ ਖਾਲਸਾ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੋਇਆ ਕਰਦਾ। ਸਰਬੱਤ ਖਾਲਸਾ ਵਰਲਡ ਭਰ ਦੇ ਸਿੱਖਾਂ ਦੇ ਨੁਮਾਇੰਦੇ ਲੈਣੇ, ਉਹਨਾਂ ਦੇ ਵਿੱਚੋਂ ਚੋਣ ਕਰਕੇ ਕਿਸੇ ਕਮੇਟੀ ਦਾ 5 ਸਿੰਘਾਂ ਦੇ ਜਥੇ ਦਾ ਗਠਨ ਕਰਨਾ। ਉਸ ਨੇ ਦੇਖਣਾ ਆ ਵੀ ਤਖਤ ਸਾਹਿਬ ਦੇ ਜਥੇਦਾਰ ਨੇ ਕਰਨਾ ਕੀ ਹੈ, ਕਿੰਨੇ ਚਿਰ 'ਚ ਕਰਨਾ ਹੈ। ਨਹੀਂ ਕਰਦਾ ਤੇ ਫਿਰ ਉਸ ਜਥੇਦਾਰ ਦਾ ਕਿਹਨੂੰ ਕੀ ਕਰਨ ਦਾ ਅਧਿਕਾਰ ਹੈ। ਫਿਰ ਉਹਦੀ ਸੁਰੱਖਿਆ ਹੈ, ਉਹਦੀ ਹੋਂਦ ਹੈ, ਉਹਦਾ ਪ੍ਰਬੰਧ ਨੇ ਉਹਦੇ ਬਾਬਤ ਜੋ ਵੀ ਚਾਹੀਦੇ ਨੇ ਸਕੱਤਰੇਤ ਲਈ,
ਉਹ ਸਾਰਾ ਕੁਛ ਉਸ ਜਥੇ ਨੇ ਦੇਖਣਾ ਸੀਗਾ। ਇਸ ਤਰ੍ਹਾਂ ਦਾ ਤੇ ਕੁਛ ਇੱਥੇ ਅਜੇ ਹੋਇਆ ਹੀ ਨਹੀਂ ਕਿ ਜਿਹੜਾ ਉਹ ਉਧਰ ਨੂੰ ਤੁਰੇ ਹੋਣ। ਅਜੇ ਤੇ ਇਹ ਕਹਿ ਸਕਦਾ ਹੈ ਕਿ ਵਿਰੋਧੀ ਰੈਲੀ ਨੂੰ ਸਰਬੱਤ ਖਾਲਸਾ ਸਮਝਦਾ ਹੈ ਤੇ ਜਿਹੜੇ ਉੱਥੇ ਨੇ ਉਹ ਆਂਦੇ ਵੀ ਅਸੀਂ ਕਰਤੇ ਧਰਤੇ ਆ, ਪਰ ਅਜੇ ਪੰਥ ਜਿਹੜੀ ਗੱਡੀ ਉਹ ਲੀਹੋਂ ਲੱਥੀ ਹੋਈ ਆ। ਹੁਣ ਵੇਖੋ ਕਦੋਂ ਇਸ ਨਰੈਣੂ ਕੋੜਮੇ ਨੂੰ ਇਹ ਭਾਈ ਲਛਮਣ ਸਿੰਘ ਬਣ ਕੇ ਟੱਕਰਦੇ ਨੇ, ਔਰ ਜਿਹੜੇ ਬੰਦੇ ਇਹਨਾਂ ਨੇ ਬਿਠਾਏ ਹੋਏ ਨੇ, ਕਿਸੇ ਤੇ ਗੋਲਕ ਚੋਰੀ ਦਾ ਪਰਚਾ ਹੁੰਦਾ ਹੈ, ਕਿਸੇ ਤੇ 328 ਸਰੂਪ ਚੋਰੀ ਵੇਚਣ ਦਾ ਇਲਜ਼ਾਮ ਲੱਗਦਾ ਹੈ, ਕਿਸੇ ਤੇ ਕੁਛ। ਔਰ ਇਸ ਤਰ੍ਹਾਂ ਦੇ ਲੋਕ ਉੱਥੇ ਅੱਜ ਜਾ ਕੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੁੱਲੜਬਾਜ਼ੀਆਂ ਕਰਦੇ ਨੇ। ਤੇ ਹੁਣ ਇਹ ਪਿਛਲੇ ਦਿਨੀ ਮੇਰੇ ਤੇ ਵੀ ਵਿਅੰਗ ਕੱਸਿਆ ਇਹਨਾਂ ਦੇ ਐਡਵੋਕੇਟ ਨੇ ਵੀ ਭਾਈ ਵਡਾਲੇ ਤੇ ਪਰਚਾ ਕਰਾ ਦਿਆਂਗੇ। ਤੇ ਹੁਣ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਪਹਿਲਾਂ ਇਹਨਾਂ ਤੇ ਪਰਚਾ ਕਰਾਓਗੇ ਜਿਹੜੇ ਉਦਣ ਅਜਲਾਸ PTC ਸੰਮੇਲਨ 'ਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਤੁਸੀਂ ਕਦੇ ਕਿਸੇ ਤੋਂ ਮੈਕ ਖੋਹਨੇ ਹੋ, ਕਦੇ ਬੰਦ ਕਰਦੇ ਹੋ। ਤੇ ਜਿਹੜਾ ਪਿੱਛੇ ਚੌਧਰੀ ਖਿਲਾਰਿਆ ਸੀ ਇਹਨਾਂ ਨੇ ਆਪਣਾ ਸਕੱਤਰ, ਉਹਦੇ ਪਹਿਲਾਂ ਗਲ ਕਿਰਪਾਨ ਵੀ ਹੈ ਨਹੀਂ ਸੀ, ਬਾਅਦ 'ਚ ਉਹਨੂੰ ਕਿਤੇ ਚੇਤਾ ਆ ਗਿਆ ਵੀ ਮੈਂ ਕਿਰਪਾਨ ਨਹੀਂ ਪਾਈ, ਫਿਰ ਉਹ ਦੂਜੀ ਉਹ ਵੀਡੀਓ ਦੋ ਤਰ੍ਹਾਂ ਦੀ ਮੁੜ ਕੇ ਉਹ ਕਿਰਪਾਨ ਪਾ ਕੇ ਆਉਂਦਾ। ਆ ਇਹਨਾਂ ਦੀ ਹਾਲਤ ਹੈ ਤੇ ਇਹਨਾਂ ਤੇ ਪਰਚੇ ਨਹੀਂ ਬਣਦੇ। ਤੇ ਇਸ ਲਈ ਇਹ ਸੰਗਤ ਫੈਸਲਾ ਜਿਹੜਾ ਉਹ ਤਕੜੇ ਹੋ ਕੇ ਕਰਨ। ਸਾਨੂੰ ਕਹਿਣ ਦੀ ਬਜਾਏ 32 ਮਹੀਨਿਆਂ ਤੋਂ ਆਪਾਂ ਬੈਠੇ ਹੋਏ ਹਾਂ ਗੁਰੂ ਸਾਹਿਬ ਜੀ ਦੇ ਇਨਸਾਫ ਵਾਸਤੇ, ਔਰ ਇਹਨਾਂ ਚੋਰਾਂ ਨੂੰ, ਇਹਨਾਂ ਮਸੰਦਾਂ ਨੂੰ, ਇਹਨਾਂ ਨਰੈਣੂ ਕੋੜਮੇ ਨੂੰ ਗੁਰੂ ਘਰਾਂ 'ਚੋਂ ਕੱਢਣ ਲਈ ਲਾਮਬੰਦ ਹੋਣਾ ਪੈਣਾ, ਤਾਂ ਜਾ ਕੇ ਸਿਸਟਮ ਠੀਕ ਹੋਣਾ। ਤੇ ਬਿਲਕੁਲ ਜੇ ਕੀ ਕੋਈ ਸਿਆਸੀ ਪਾਰਟੀ ਇੰਨੀ ਜ਼ਿਆਦਾ ਵੱਧ ਕਰਕੇ ਆਪਰੇਟ ਕਰਦੀ ਪਈ ਹੈ ਕਿ ਪੰਥ ਨੂੰ ਆਪਣੀ ਚਪੇਟ ਦੇ ਵਿੱਚ ਲੈਂਦੀ ਪਈ ਹੈ, ਇਹ ਵੱਡੇ ਸਵਾਲ ਖੜੇ ਹੋ ਰਹੇ ਨੇ। ਪੰਥ ਦਾ ਭਵਿੱਖ ਕੀ ਹੈ? ਸਿਆਸੀ ਪਾਰਟੀਆਂ ਓਵਰਪਾਵਰ ਕਰ ਦੇਣਗੀਆਂ ਪੰਥ ਨੂੰ, ਸਵਾਲ ਖੜਾ ਹੁੰਦਾ। ਜਾਂ ਫਿਰ ਇਸ ਤੋਂ ਅਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਫੈਸਲਾ ਹੈ, ਇਹ ਜਿਹੜਾ YouTube ਚੈਨਲ ਬਣਾਉਣ ਦਾ ਫੈਸਲਾ ਹੈ, ਇਸ ਦੇ ਵਿੱਚ ਕਿੰਨੀ ਕੁ ਕ੍ਰੈਡੀਬਿਲਿਟੀ ਹੈ? ਕੀ ਇਹ ਫੈਸਲਾ ਅੱਗੇ ਜਾ ਕੇ ਭਵਿੱਖ ਦੇ ਵਿੱਚ ਕਾਰਜਸ਼ਾਲੀ ਹੋਵੇਗਾ, ਕਾਰਜਸ਼ੀਲ ਹੋਵੇਗਾ? ਇਸ ਉੱਤੇ ਸਵਾਲ ਖੜੇ ਹੁੰਦੇ ਨੇ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.